ਰੋਜ਼ਾਨਾ ਲੋਕਨਾਦ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਦਿੱਲੀ ਜਾ ਰਹੇ ਨੇ। ਦਿੱਲੀ ਇਸ ਕਰਕੇ ਜਾ ਰਹੇ ਨੇ ਕਿ ਕਿਹਾ ਜਾ ਰਿਹਾ ਕਿ ਹਾਈ ਕਮਾਨ ਨੇ ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਪਸੀ ਕਾਟੋ ਕਲੇਸ਼ ਨੂੰ ਲੈ ਕੇ ਇੱਕ ਫਾਰਮੂਲਾ ਤਿਆਰ ਕੀਤਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੁਣ ਉੱਥੇ ਬੁਲਾਇਆ ਗਿਆ। ਲਗਾਤਾਰ ਕੈਪਟਨ ਅਮਰਿੰਦਰ ਸਿੰਘ ਟਾਈਮ ਮੰਗ ਰਹੇ ਸੀ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਟਾਈਮ ਨਹੀਂ ਸੀ ਦਿੱਤਾ ਜਾ ਰਿਹਾ। ਹੁਣ ਨਵਜੋਤ ਸਿੰਘ ਸਿੱਧੂ ਨਾਲ ਮਿਲ ਕੇ ਫਾਰਮੂਲਾ ਤਿਆਰ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਟਾਈਮ ਦਿੱਤਾ ਗਿਆ, ਇਸ ਤੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਕਿ ਸੋਨੀਆ ਗਾਂਧੀ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੇ ਵਿੱਚ ਕਿਸ ਦੇ ਨਾਲ ਮੁਲਾਕਾਤ ਕਰਨਗੇ, ਉਹ ਤੇ ਵੀ ਵਿਚਾਰ ਚਰਚਾ ਕਰਾਂਗੇ ਤੇ ਬਾਅਦ ਚ ਗੱਲਬਾਤ ਕਰਾਂਗੇ ਕਿ ਕਈ ਮੈਂਬਰ ਕਿਹੜੇ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉੱਥੇ ਸ਼ਕਤੀ ਪ੍ਰਦਰਸ਼ਨ ਦੇ ਲਈ ਜਾ ਰਹੇ ਨੇ। 23 ਮੰਤਰੀ ਤੇ ਵਿਧਾਇਕ ਦੱਸੇ ਜਾ ਰਹੇ ਨੇ ਉੱਥੇ ਜਾ ਰਹੇ ਨੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ 2 ਮੰਤਰੀਆਂ ਨੂੰ ਕੱਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖੇਮੇ ਦੇ ਵੱਲੋਂ ਮਨਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਆ, ਪਰ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਅਸੀਂ ਤੁਹਾਡੇ ਨਾਲ ਨਹੀਂ ਜਾਵਾਂਗੇ। ਇਹਨਾਂ ਦੇ ਵਿੱਚੋਂ ਇੱਕ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਹੀ ਜ਼ਿਆਦਾ ਖਾਸਮ ਖਾਸ ਹੈ ਤੇ ਕਿਹੜੇ 2 ਮੰਤਰੀ ਨੇ ਕਿਸ ਤਰੀਕੇ ਦੇ ਨਾਲ ਮਨਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਗਈ ਸੀ ਕੱਲ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ, ਤੇ ਨਾਲ ਹੀ ਨਾਲ ਇਹ ਵੀ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਵੀ ਗੱਲ ਕਹੀ ਜਾ ਰਹੀ ਸੀ ਕਿ ਤੁਸੀਂ ਸਾਡੇ ਨਾਲ ਚੱਲੋ ਉੱਥੇ, ਤੇ ਕਿਹੜੇ ਲਾਲਚ ਦਿੱਤੇ ਜਾ ਰਹੇ ਸੀ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਤੇ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਦੱਸਾਂਗੇ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ ਕਿਵੇਂ ਦੇਖ ਰਹੇ ਹੋ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਟਾਈਮ ਨਹੀਂ ਦਿੱਤਾ ਜਾਂਦਾ, ਫਿਰ ਨਵਜੋਤ ਸਿੰਘ ਸਿੱਧੂ ਤੇ ਤਮਾਮ ਕਾਂਗਰਸ ਪੰਜਾਬ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਨਾਲ ਮੀਟਿੰਗਾਂ ਕਰਕੇ ਕਾਂਗਰਸ ਹਾਈ ਕਮਾਨ ਦੇ ਵੱਲੋਂ ਕਹਿੰਦੇ ਇੱਕ ਫਾਰਮੂਲਾ ਤਿਆਰ ਕੀਤਾ ਗਿਆ। ਫਾਰਮੂਲੇ ਦੇ ਤਹਿਤ ਹੁਣ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਉੱਥੇ ਸੋਨੀਆ ਗਾਂਧੀ ਦੇ ਵੱਲੋਂ ਮਿਲਣ ਲਈ ਟਾਈਮ ਦਿੱਤਾ ਗਿਆ। ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ, ਤੇ ਨਾਲ ਦੀ ਨਾਲ ਇਹ ਵੀ ਦੱਸੋ ਕਿ ਸੋਨੀਆ ਗਾਂਧੀ ਦੇ ਨਾਲ ਮੀਟਿੰਗ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਉੱਥੇ ਕਿਸ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਤੇ ਕਿਉਂ ਕਰਨ ਜਾ ਰਹੇ ਨੇ? ਸੁਖਵਿੰਦਰ ਜੀ, ਮੈਂ ਤਾਂ ਇਹੀ ਕਹਾਂਗਾ ਕਿ ਦੇਰ ਆਏ ਦੁਰਸਤ ਆਏ। ਇਹਦਾ ਮਤਲਬ ਇਹੀ ਹੈ ਕਿ ਬਹੁਤ ਲੰਬਾ ਸਮਾਂ ਹੋ ਗਿਆ ਸੀਗਾ ਕੈਪਟਨ ਸਾਹਿਬ ਨੂੰ ਕੋਸ਼ਿਸ਼ ਕਰਦਿਆਂ ਕਿ ਮੈਨੂੰ ਕਿਵੇਂ ਨਾ ਕਿਵੇਂ ਸੋਨੀਆ ਜੀ ਨਾਲ ਮੇਰੀ ਮੁਲਾਕਾਤ ਕਰਾਓ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਨੂੰ ਜੇ ਕੋਈ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਬਚਾ ਸਕਦਾ ਹੈ, ਮੇਰੀ ਕੁਰਸੀ ਨੂੰ ਬਚਾ ਸਕਦਾ ਹੈ, ਉਹ ਸੋਨੀਆ ਗਾਂਧੀ ਹੀ ਬਚਾ ਸਕਦੇ ਨੇ। ਇਸ ਲਈ ਬਹੁਤ ਲੰਮੇ ਸਮੇਂ ਤੋਂ ਉਹਨਾਂ ਦੀ ਕੋਸ਼ਿਸ਼ ਸੀਗੀ। ਦਰਸ਼ਕਾਂ ਨੂੰ ਵੀ ਪਤਾ ਹੋਏਗਾ ਕਿ ਪਿਛਲੇ ਵਾਰੀ ਜਦੋਂ ਦਿੱਲੀ ਬੁਲਾਇਆ ਗਿਆ ਸੀਗਾ ਕੈਪਟਨ ਸਾਹਿਬ ਨੂੰ, ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਨੂੰ ਸੋਨੀਆ ਜੀ ਨਾਲ ਉਸ ਵੇਲੇ ਵੀ ਮਿਲਾ ਦਿਓ। ਉਦੋਂ ਵੀ ਉਹਨਾਂ ਨੂੰ ਟਾਈਮ ਜਿਹੜਾ ਹੈਗਾ ਨਹੀਂ ਮਿਲਿਆ। ਸੋ ਉਸ ਤੋਂ ਬਾਅਦ ਵੀ ਉਹ ਲਗਾਤਾਰ ਕੋਸ਼ਿਸ਼ ਕਰਦੇ ਗਏ, ਪਰ ਹੌਲੀ ਹੌਲੀ ਕੀ ਹੋ ਗਿਆ ਕਿ ਅੱਜ ਜਿਹੜੀ ਹੈਗੀ ਆ ਇੱਥੋਂ ਤੱਕ ਪਹੁੰਚ ਗਈ ਗੱਲ ਕਿ ਬਹੁਤ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਟਾਈਮ ਮਿਲ ਦਿੱਤਾ ਗਿਆ। ਔਰ ਅੱਜ ਜਿਹੜਾ ਟਾਈਮ ਉਹਨਾਂ ਨੂੰ ਮਿਲਿਆ, ਜਿਵੇਂ ਤੁਸੀਂ ਕਹਿ ਰਹੇ ਹੋ, ਇਹ ਨਹੀਂ ਹੈ ਕਿ ਸਿੱਧੇ ਤੌਰ ਤੇ ਉਹ ਸੋਨੀਆ ਗਾਂਧੀ ਜੀ ਨੂੰ ਮਿਲਣਗੇ। ਸਭ ਤੋਂ ਪਹਿਲਾਂ ਉਹ ਇਸ ਵੇਲੇ ਜਿਹੜਾ ਹੈਗਾ ਸੁਬਾਹ, ਜੇ ਆਪਾਂ ਕਹੀਏ ਕਿ ਉਹ ਜਿਹੜੇ ਸੁਬਾਹ ਦੀ ਜਿਹੜੀ ਉਹਨਾਂ ਦੀ ਮੀਟਿੰਗ ਹੋਏਗੀ ਉਹ ਵੇਣੂਗੋਪਾਲ ਜੀ ਦੇ ਨਾਲ ਹੋਏਗੀ, ਜਿਹੜੇ ਕਿ ਜਨਰਲ ਸੈਕਟਰੀ ਨੇ, ਕਿਉਂਕਿ ਸੋਨੀਆ ਜੀ ਨੂੰ ਇਹ ਲੱਗਦਾ ਹੈ ਕਿ ਸਿੱਧਾ ਮੈਨੂੰ ਮਿਲਣ ਦੀ ਬਜਾਏ ਪਹਿਲਾਂ ਜਿਹੜਾ ਹੈਗਾ ਪਾਰਟੀ ਦੀ ਜਿਹੜੇ ਹੋਰ ਵੱਡੇ ਲੀਡਰ ਨੇ ਉਹ ਹਾਈ ਕਮਾਂਡ ਦੇ ਵਿੱਚ, ਉਹਨਾਂ ਨੂੰ ਮਿਲ ਕੇ ਆਪਣੀ ਗੱਲ ਦੱਸੋ ਤੇ ਉੱਥੇ ਜਿਹੜਾ ਹੈਗਾ ਤੁਹਾਨੂੰ ਦੱਸਿਆ ਜਾਏਗਾ ਕਿ ਤੁਹਾਡਾ ਅਗਲਾ ਫਾਰਮੂਲਾ ਕੀ ਹੋਏਗਾ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਹੋ ਸਕਦਾ ਹੈ ਕਿ ਜੋ ਵੀ ਉਹਨਾਂ ਬਾਰੇ ਸੋਚਿਆ ਗਿਆ ਸਿੱਧੂ ਸਾਹਿਬ ਬਾਰੇ, ਉਹਨਾਂ ਨੂੰ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਕੈਪਟਨ ਸਾਹਿਬ ਨੂੰ ਇਹ ਦੱਸ ਦਿੱਤਾ ਜਾਏ ਕਿ ਆਹ ਸਾਡਾ ਫਾਰਮੂਲਾ ਅਸੀਂ ਬਣਾਇਆ ਹੈ ਔਰ ਇਹਦੇ ਉੱਤੇ ਤੁਹਾਨੂੰ ਕਾਰਵਾਈ ਕਰਨੀ ਹੋਏਗੀ, ਇਹਦੇ ਉੱਤੇ ਸਹਿਮਤੀ ਦੇਣੀ ਪਏਗੀ। ਜੇ ਤੁਸੀਂ ਇਹਦੇ ਉੱਤੇ ਸਹਿਮਤੀ ਨਹੀਂ ਦਿੰਦੇ ਤਾਂ ਹੋ ਸਕਦਾ ਹੈ ਕਿ 22 ਦੇ ਵਿੱਚ ਜਿਹੜਾ ਹੈਗਾ ਬਹੁਤ ਵੱਡਾ ਝਟਕਾ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਜਾਏ। ਸੋ ਉਮੀਦ ਇਹੀ ਕੀਤੀ ਜਾਂਦੀ ਹੈ ਇਸ ਵੇਲੇ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਿਹੜਾ ਹਾਈ ਕਮਾਂਡ ਪ੍ਰੋਗਰਾਮ ਤਿਆਰ ਕਰ ਚੁੱਕੀ ਹੈ, ਉਹ ਸੋਨੀਆ ਗਾਂਧੀ ਤੋਂ ਪਹਿਲਾਂ ਯਾਨੀ ਉਹਦੇ ਵਿੱਚ ਥੋੜਾ ਬਹੁਤਾ ਕੈਪਟਨ ਨੂੰ ਪ੍ਰਪੇਅਰ ਕਰ ਲਿਆ ਜਾਏਗਾ ਕਿ ਇਸ ਤਰੀਕੇ ਨਾਲ ਉੱਥੇ ਫੈਸਲਾ ਆ ਸਕਦਾ ਹੈ, ਇਸ ਤਰੀਕੇ ਦੇ ਨਾਲ ਆਹ ਫਾਰਮੂਲਾ ਤਿਆਰ ਕੀਤਾ ਗਿਆ। ਯਾਨੀ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਰ ਕੇ ਥਾਪੀ ਲਿਆ ਕੇ, ਯਾਨੀ ਕਹਿਣ ਦਾ ਭਾਵ ਜਿਵੇਂ ਆਪਾਂ ਕਰਦੇ ਆ ਨਾ, ਕਈ ਕਰਦੇ ਹੁੰਦੇ ਪਹਿਲਾਂ ਥਾਪੀ ਲੈ ਆਓ ਫਿਰ ਉੱਥੇ ਜਾ ਕੇ ਫੈਸਲਾ ਕਰ ਦਿਓ, ਉਸ ਤਰੀਕੇ ਦੀ ਕੋਸ਼ਿਸ਼ ਹੈ। ਬਿਲਕੁਲ ਬਿਲਕੁਲ, ਉਹਨਾਂ ਨੂੰ ਇੱਕ ਕਿਸਮ ਦੀ ਮਾਨਸਿਕ ਤੌਰ ਤੇ ਜਿਹੜੇ ਹੈਗਾ ਉਹਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਜਿਵੇਂ ਆਪਾਂ ਨੂੰ ਵੀ ਪਤਾ ਹੈ ਕਿ ਕਿੰਨੀ
ਨਵਜੋਤ ਸਿੰਘ ਸਿੱਧੂ ਹੋਰਾਂ ਦੇ ਬਾਰੇ ਉਹਨਾਂ ਦੇ ਮਨ ਦੇ ਵਿੱਚ ਕੁੜੱਤਣ ਭਰੀ ਹੋਈ ਹੈ। ਉਹ ਮਤਲਬ ਇਸ ਵੇਲੇ ਤਾਂ ਸਥਿਤੀ ਇਹ ਬਣੀ ਹੋਈ ਹੈ ਕੈਪਟਨ ਸਾਹਿਬ ਦੀ ਕਿ ਉਹਨਾਂ ਦੀ ਜੇ ਆਪਾਂ ਮਾਨਸਿਕਤਾ ਨੂੰ ਪੜ੍ਹਨਾ ਹੋਵੇ ਤਾਂ ਉਹ ਚਾਹੁੰਦੇ ਨੇ ਕਿ ਕਿਵੇਂ ਨਾ ਕਿਵੇਂ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡਣ ਔਰ ਉਹਨਾਂ ਦੇ ਲਈ ਫੀਲਡ ਜਿਹੜਾ ਹੈਗਾ ਮੈਦਾਨ ਖਾਲੀ ਕਰ ਦੇਣ ਤਾਂ ਕਿ ਉਹ 22 ਦੇ ਵਿੱਚ ਕਾਂਗਰਸ ਦਾ ਚਿਹਰਾ ਬਣਨ। ਪਰ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਔਰ ਕੈਪਟਨ ਸਾਹਿਬ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜੀ ਪੋਜੀਸ਼ਨ ਆਪਾਂ ਇਹਦੇ ਬਾਰੇ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਾਂ ਜਿਹਨੂੰ ਕਿ ਕੈਪਟਨ ਸਾਹਿਬ ਨਹੀਂ ਸੀ ਮੰਨ ਰਹੇ, ਉਹ ਇਹ ਸੀਗੀ 17 ਵਾਲੀ ਜਿਹੜੀ ਪੋਜੀਸ਼ਨ ਉਹਨੂੰ ਲੱਗਦਾ ਸੀ ਸ਼ਾਇਦ ਮੈਂ 17 ਵਾਲੀ ਪੋਜੀਸ਼ਨ 'ਚ ਕੰਮ ਕਰ ਰਿਹਾ ਔਰ ਉਸ ਤੋਂ ਵੀ ਬਾਅਦ ਉਹਨੂੰ ਲੱਗਦਾ ਸੀ ਸ਼ਾਇਦ 19 ਵਾਲੀ ਜਿਹੜੀ ਪੋਜੀਸ਼ਨ ਸੀ ਉਹਨਾਂ ਦੀ ਉਹਦੇ ਵਿੱਚ ਮੈਂ ਜਿਹੜਾ ਹੈਗਾ ਉਹ ਵੀ ਮੇਰਾ ਕੰਮ ਚੱਲ ਰਿਹਾ। ਪਰ ਆਪਾਂ ਨੇ ਪਹਿਲਾਂ ਵੀ ਦੱਸਿਆ ਸੀਗਾ ਕਿ ਕੈਪਟਨ ਸਾਹਿਬ ਦੀ ਇਸ ਵੇਲੇ ਜਿਹੜੀ ਪੋਜੀਸ਼ਨ ਹੈ ਉਹ ਨਾ ਤਾਂ 17 ਵਾਲੀ ਪੋਜੀਸ਼ਨ ਹੈ ਨਾ 19 ਵਾਲੀ ਹੈ। ਉਹ ਖਾਬਾਂ ਦੇ ਵਿੱਚ ਜੀ ਰਹੇ ਨੇ, ਸੁਪਨਿਆਂ ਦੇ ਵਿੱਚ ਜੀ ਰਹੇ ਨੇ ਔਰ ਜਿਹਦਾ ਨਤੀਜਾ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਜਿਹੜੀ ਹਾਈ ਕਮਾਂਡ ਹੈ ਉਸੇ ਤਰ੍ਹਾਂ ਹੀ 22 ਦੇ ਵਿੱਚ ਚਿਹਰਾ ਬਣਾ ਕੇ ਮੈਂ ਜੋ ਮੇਰੇ ਮਨ ਦੇ ਵਿੱਚ ਆਉਣਗੀਆਂ, ਜਿਹਨੂੰ ਮੈਂ ਲਾਉਣਾ ਹੈ, ਜਿਹਨੂੰ ਮੰਤਰੀ ਬਣਾਉਣਾ ਹੈ, ਜਿਹਨੂੰ ਪ੍ਰਧਾਨਗੀ ਦੇਣੀ ਹੈ, ਉਹ ਮੇਰੇ ਮੁਤਾਬਕ ਚੱਲੇਗਾ। ਯਾਨੀ ਕਿ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਸਾਰਾ ਕੁਝ ਜਿਹੜਾ ਹੈਗਾ ਹਾਈ ਕਮਾਂਡ ਮੇਰੇ ਮੁਤਾਬਕ ਕਰੇਗੀ। ਪਰ ਹੋ ਰਿਹਾ ਬਿਲਕੁਲ ਉਲਟ। ਤੁਸੀਂ ਦੇਖੋਗੇ ਕਿ ਸ਼ੁਰੂ ਦੇ ਵਿੱਚ ਜਦੋਂ ਇਹ ਸਾਰੀ ਸਮੱਸਿਆ ਸ਼ੁਰੂ ਹੋਈ ਹੈ, ਕਾਟੋ ਕਲੇਸ਼ ਸ਼ੁਰੂ ਹੋਇਆ, ਸ਼ੁਰੂ ਦੇ ਵਿੱਚ ਕੈਪਟਨ ਸਾਹਿਬ ਨੇ ਤਾਂ ਇਹੀ ਕਹਿਤਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਲਈ ਦਰਵਾਜ਼ੇ ਹੀ ਬੰਦ ਨੇ ਕਾਂਗਰਸ ਦੇ। ਉਹਨਾਂ ਨੇ ਤਾਂ ਇਹੀ ਕਹਿਤਾ ਸੀਗਾ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਹੈਗਾ ਕਾਂਗਰਸ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ। ਸੋ ਤੁਹਾਨੂੰ ਵੀ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੋਏਗਾ, ਮੀਟਿੰਗ ਦੇ ਵਿੱਚ ਵੀ ਕਹਿੰਦੇ ਇਹ ਗੱਲ ਕਹਿਤੀ ਸੀ ਕਿ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣਾ ਹੈ ਤਾਂ ਫਿਰ ਮੇਰਾ ਸੀਐਮ ਅਹੁਦਾ ਜਿਹੜਾ ਕਹਿੰਦੇ ਵਾਪਸ ਲੈ ਲਓ। ਬਿਲਕੁਲ, ਯਾਨੀ ਕਿ ਮੈਂ ਹੀ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ ਨੂੰ ਇਹ ਲੱਗਦਾ ਹੈ ਕਿ ਮੇਰੀ ਪੋਜੀਸ਼ਨ 17 ਵਾਲੀ ਆ, ਇਸ ਵੇਲੇ ਮੇਰੀ ਪਕੜ ਪੰਜਾਬ ਦੀ ਕਾਂਗਰਸ ਤੇ ਹੈਗੀ ਹੈ, ਪੰਜਾਬ ਤੇ ਹੈਗੀ ਹੈ। ਜਦੋਂ ਕਿ ਗੱਲਾਂ ਬਿਲਕੁਲ ਜੇ ਹਕੀਕਤ ਦੇਖੀਏ ਆਪਾਂ ਬਿਲਕੁਲ ਉਲਟ ਨੇ। ਲੋਕ ਇਸ ਵੇਲੇ ਪੰਜਾਬ ਦੇ ਤਰ੍ਹਾਂ ਕਰ ਰਹੇ ਨੇ। ਲੋਕ ਜਿਹੜੇ ਨੇ ਚਾਹੇ ਉਹ ਲੋਕ ਹੋਣ, ਇੱਥੋਂ ਤੱਕ ਕਿ ਕਾਂਗਰਸ ਦੇ ਆਪਣੇ ਚਾਹੇ ਵਿਧਾਇਕ ਹੋਣ, ਚਾਹੇ ਆਪਣੇ ਵਲੰਟੀਅਰ ਹੋਣ, ਚਾਹੇ ਵੱਡੇ ਲੀਡਰ ਹੋਣ, ਚਾਹੇ ਇੱਥੋਂ ਤੱਕ ਕਿ ਮੰਤਰੀ ਸਾਹਿਬਾਨ ਹੋਣ। ਤੁਸੀਂ 2 ਮੰਤਰੀਆਂ ਦੀ ਵੀ ਗੱਲ ਕੀਤੀ ਸੀਗੀ, ਉਹਦੇ ਬਾਰੇ ਵੀ ਆਪਾਂ ਅੱਗੇ ਗੱਲ ਕਰਾਂਗੇ। ਇਸ ਵੇਲੇ ਮੰਤਰੀਆਂ ਤੋਂ ਲੈ ਕੇ ਵਲੰਟੀਅਰ ਤੱਕ ਜਿਹੜੇ ਨੇ ਕੈਪਟਨ ਸਾਹਿਬ ਦੀ ਕਾਰਜਸ਼ੈਲੀ ਤੋਂ ਦੁਖੀ ਨੇ। ਸੋ ਇਸ ਕਰਕੇ ਕੈਪਟਨ ਸਾਹਿਬ ਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਮੇਰੀ ਜੋ 4.5 ਸਾਲ ਦੀ ਕਾਰਗੁਜ਼ਾਰੀ ਰਹੀ ਹੈ ਉਹ ਬਹੁਤੀ ਵਧੀਆ ਨਹੀਂ ਰਹੀ, ਸਗੋਂ ਬਹੁਤੀ ਵਧੀਆ ਕਿ ਬਿਲਕੁਲ ਵੀ ਠੀਕ ਨਹੀਂ ਰਹੀ, ਜਿਹਦੇ ਕਰਕੇ ਅੱਜ ਮੇਰੀ ਪੋਜੀਸ਼ਨ ਬਹੁਤ ਢਿੱਲੀ ਪੈ ਚੁੱਕੀ ਹੈ ਕਾਂਗਰਸ ਦੇ ਵਿੱਚ ਔਰ ਉਹਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਏਗਾ। ਔਰ ਇਸ 4.5 ਸਾਲ ਜੋ ਉਹਨਾਂ ਨੇ ਜਿਸ ਕਿਸਮ ਦੇ ਨਾਲ ਕਾਰਜਕਾਲ ਕੀਤਾ ਹੈ, ਰਾਜ ਸੱਤਾ ਚਲਾਈ ਹੈ ਔਰ ਬਿਲਕੁਲ ਉਹ 4.5 ਸਾਲ ਦੇ ਵਿੱਚ 4 ਗੇੜੇ ਵੀ ਉਹਨਾਂ ਨੇ ਪੰਜਾਬ 'ਚ ਨਹੀਂ ਲਾਏ, ਤਾਂ ਇਹਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਏਗਾ ਔਰ ਹਾਈ ਕਮਾਂਡ ਇਸ ਗੱਲ ਨੂੰ ਸਮਝ ਰਹੀ ਹੈ। ਜੀ ਡਾਕਟਰ ਸਾਹਿਬ, ਇੱਕ ਇਹ ਵੀ ਗੱਲ ਸਾਹਮਣੇ ਆ ਰਹੀ ਆ, ਕਹਿੰਦੇ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ 23 ਲੀਡਰ ਜਿਹੜੇ ਆ ਉਹ ਆਪਣੇ ਨਾਲ ਲੈ ਕੇ ਜਾਣਗੇ। ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਾਣ ਤੋਂ ਪਹਿਲਾਂ ਉਹ 23 ਲੀਡਰ ਉੱਥੇ ਪਹੁੰਚ ਚੁੱਕੇ ਆ, ਪਰ ਕਹਿੰਦੇ ਉੱਥੇ ਕੈਪਟਨ ਅਮਰਿੰਦਰ ਸਿੰਘ ਨਾਲ ਲੈ ਕੇ ਜਾਣਗੇ ਤਾਂ ਇੱਕ ਤਰੀਕੇ ਦੇ ਸ਼ਕਤੀ ਪ੍ਰਦਰਸ਼ਨ ਦੀ ਕੋਸ਼ਿਸ਼ ਹੈ। ਉਹਨਾਂ 23 ਲੀਡਰਾਂ ਦੇ ਵਿੱਚ ਕੁਝ ਮੰਤਰੀ ਵੀ ਦੱਸੇ ਜਾ ਰਹੇ ਆ, ਕੁਝ ਵਿਧਾਇਕ ਵੀ ਦੱਸੇ ਜਾ ਰਹੇ ਆ, ਕੁਝ ਐਮਪੀ ਵੀ ਦੱਸੇ ਜਾ ਰਹੇ ਆ ਤੇ ਕੁਝ ਜਿਹੜੇ ਹਾਰ ਚੁੱਕੇ ਚੋਣਾਂ ਜਾਂ ਕੁਝ ਆਮ ਹੋਰ ਵੀ ਲੀਡਰ ਜਿਹੜੇ ਦੱਸੇ ਜਾ ਰਹੇ ਆ। ਕਿਵੇਂ ਦੇਖਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ, ਸ਼ਕਤੀ ਪ੍ਰਦਰਸ਼ਨ ਕਰਕੇ ਕਿਸੇ ਤਰੀਕੇ ਦੇ ਨਾਲ ਜਿਹੜਾ ਦਬਾਅ ਪਾਉਣ ਦੀ ਕੋਸ਼ਿਸ਼ ਹੈ ਹਾਈ ਕਮਾਂਡ ਦੇ ਉੱਪਰ? ਕੀ ਸਿਰਫ 23 ਲੀਡਰਾਂ ਪੂਰੇ ਪੰਜਾਬ ਦੇ ਵਿੱਚੋਂ 23 ਲੀਡਰਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਹਾਈ ਕਮਾਂਡ ਦੇ ਉੱਪਰ ਪ੍ਰੈਸ਼ਰ ਪਾ ਸਕਦੇ? ਸੁਖਵਿੰਦਰ ਜੀ ਦੇਖੋ, ਇਸ ਤੋਂ ਵੀ ਪਹਿਲਾਂ ਜਦੋਂ ਇੱਕ ਪਾਸੇ ਤੁਹਾਨੂੰ ਵੀ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸੀ ਪ੍ਰਿੰਕਾ ਜੀ ਨਾਲ ਔਰ ਰਾਹੁਲ ਜੀ ਨਾਲ ਪਿਛਲੇ ਦਿਨਾਂ ਦੇ ਵਿੱਚ, ਤਾਂ ਦੂਜੇ ਪਾਸੇ ਕੀ ਕਰ ਰਹੇ ਸੀ ਕੈਪਟਨ ਸਾਹਿਬ? ਸ਼ਕਤੀ ਪ੍ਰਦਰਸ਼ਨ ਉਦੋਂ ਵੀ ਦਿਖਾ ਰਹੇ ਸੀ। ਉਦੋਂ ਵੀ ਉਹ ਵੱਖ-ਵੱਖ ਲੀਡਰ ਸਾਹਿਬਾਨ ਨੂੰ, ਕਾਂਗਰਸ ਦਿਆਂ ਨੂੰ ਕਦੇ ਖਾਣੇ ਤੇ ਬੁਲਾ ਰਹੇ ਸੀ, ਕਦੇ ਚਾਹ ਤੇ ਬੁਲਾ ਰਹੇ ਸੀ, ਕਦੇ ਕਹਿੰਦੇ ਸੀਗੇ ਕਿ ਅਸੀਂ ਹਿੰਦੂ ਚਿਹਰਾ ਅੱਗੇ ਲੈ ਕੇ ਆਉਣਾ, ਕਦੇ ਕਹਿੰਦੇ ਸੀ ਅਸੀਂ ਫਲਾਣਾ ਬੰਦੇ ਨੂੰ ਅੱਗੇ ਲੈ ਕੇ ਆਉਣਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਉਹਨਾਂ ਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਅੱਗੇ ਆ ਰਹੇ ਨੇ, ਨਵਜੋਤ ਸਿੰਘ ਸਿੱਧੂ ਨੂੰ ਉਹ ਕੱਢਣ ਦੀਆਂ ਜਿਹੜੀਆਂ ਕਾਰਵਾਈਆਂ ਸੋਚ ਰਹੇ ਸੀਗੀ ਉਹਨਾਂ ਦੇ ਉੱਤੇ ਪਾਣੀ ਫਿਰਦਾ ਨਜ਼ਰ ਆ ਰਿਹਾ, ਤਾਂ ਉਹਨਾਂ ਨੂੰ ਇਹ ਲੱਗ ਰਿਹਾ ਹੈ ਇਸ ਵੇਲੇ ਕੈਪਟਨ ਸਾਹਿਬ ਨੂੰ ਕਿ ਮੈਂ ਸ਼ਾਇਦ 23 ਬੰਦੇ ਲਿਆ ਕੇ ਜਾਂ 25 ਬੰਦੇ ਲੈ ਕੇ ਜਾ ਕੇ ਉੱਥੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਾਂਗਾ ਔਰ ਉਹਦੇ ਨਾਲ ਹਾਈ ਕਮਾਂਡ ਜਿਹੜੀ ਹੈਗੀ ਹੈ ਮੇਰੀ ਪ੍ਰਭਾਵ ਦੇ ਥੱਲੇ ਆ ਜਾਏਗੀ ਔਰ ਮੈਨੂੰ 22 ਦੇ ਵਿੱਚ ਚਿਹਰਾ ਬਣਾਉਣਗੇ ਔਰ ਮੈਂ ਜੋ ਮਨ ਆਈਆਂ, ਜੋ ਮੇਰੀ ਇੱਛਾ ਹੈ
ਪੰਜਾਬ ਦੀ ਕਾਂਗਰਸ ਨੂੰ ਬਦਲਣ ਦੀ, ਮੇਰੇ ਮੁਤਾਬਕ ਜਿਹੜਾ ਹੈਗਾ ਉਹ ਸਾਰਾ ਬਦਲਾਅ ਹੋਏਗਾ। ਇਹ ਬਹੁਤ ਮੈਨੂੰ ਲੱਗਦਾ ਹੈ ਕਿ ਉਹ ਖਾਬਾਂ ਦੇ ਵਿੱਚ, ਮੈਂ ਫੇਰ ਕਹਾਂ ਕਿ ਉਹ ਸੁਪਨਿਆਂ ਦੇ ਵਿੱਚ ਜੀ ਰਹੇ ਨੇ। ਉਹਨਾਂ ਨੂੰ ਗਰਾਊਂਡ ਰਿਐਲਿਟੀ ਦਾ ਇਸ ਵੇਲੇ ਨਹੀਂ ਪਤਾ ਲੱਗ ਰਿਹਾ। ਪੰਜਾਬ ਦੀ ਗਰਾਊਂਡ ਰਿਐਲਿਟੀ ਕੀ ਹੈ, ਪੰਜਾਬ ਦੀ ਕਾਂਗਰਸ ਦੀ ਗਰਾਊਂਡ ਰਿਐਲਿਟੀ ਕੀ ਹੈ, ਔਰ ਇਸ ਵੇਲੇ ਇੰਡੀਆ ਜਿਹੜਾ ਹਿੰਦੁਸਤਾਨ ਹੈ ਉਹ ਕਿੱਧਰ ਜਾ ਰਿਹਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਉਹ ਬਹੁਤ ਪਿੱਛੇ ਵਿਚਰ ਰਹੇ ਨੇ, ਬਹੁਤ ਆਪਣੇ ਜਿਹੜਾ ਹੈਗਾ 17 ਔਰ 19 ਵਾਲੇ ਜਿਹੜੇ ਸੁਪਨਿਆਂ 'ਚ ਚੱਲ ਰਿਹਾ ਸੀ ਉਹਨਾਂ ਦਾ, ਉਸ ਲੜੀ ਦੇ ਵਿੱਚ ਉਹ ਜੀ ਰਹੇ ਨੇ। ਸੋ ਇਹੀ ਗੱਲ, ਜਿਵੇਂ ਪਹਿਲਾਂ ਉਹਨਾਂ ਦੀਆਂ ਸ਼ਤਰੰਜ ਦੀਆਂ ਚਾਲਾਂ ਪੁੱਠੀਆਂ ਪੈਂਦੀਆਂ ਰਹੀਆਂ ਨੇ, ਚਾਹੇ ਉਹ ਨੌਕਰੀ ਦਾ ਮੁੱਦਾ ਹੋਵੇ, ਤੁਹਾਨੂੰ ਵੀ ਯਾਦ ਹੋਏਗਾ ਉਹਨਾਂ ਨੂੰ ਲੱਗਦਾ ਸੀਗਾ ਕਿ ਮੈਂ ਨੌਕਰੀਆਂ ਦੇ ਕੇ ਵਿਧਾਇਕਾਂ ਦੇ ਪੁੱਤਰਾਂ ਨੂੰ, ਇਹਨਾਂ ਨੂੰ ਆਪਣੇ ਵੱਲ ਕਰ ਲਾਂਗਾ। ਹੋਇਆ ਕੀ ਹੋਇਆ? ਬਿਲਕੁਲ ਉਲਟ। ਉਹ ਜਿਹੜਾ ਹੈਗਾ ਸਾਰਾ ਕੁਝ ਉਹਨਾਂ ਨੂੰ ਨਕਾਰਨਾ ਪੈ ਗਿਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜਾ ਕੰਮ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸੌਂਪਿਆ, ਕੀ ਸੌਂਪਿਆ ਸੀਗਾ ਕਿ ਭਾਈ ਜਿਹੜੇ ਤੁਸੀਂ ਵੱਡੇ ਵੱਡੇ ਵਾਅਦੇ ਕਰਕੇ ਆਏ ਸੀਗੇ ਸੱਤਾ ਦੇ ਵਿੱਚ, ਉਹ ਤੁਸੀਂ ਪੂਰੇ ਕਰੋ। ਗਰਾਊਂਡ ਰਿਐਲਿਟੀ ਤੇ ਆਓ, ਗਰਾਊਂਡ ਜ਼ੀਰੋ ਤੇ ਆਓ, ਲੋਕਾਂ ਦੇ ਵਿੱਚ ਵਿਚਰੋ, ਪੰਜਾਬ ਦੇ ਸ਼ਹਿਰਾਂ 'ਚ ਵਿਚਰੋ, ਪਿੰਡਾਂ 'ਚ ਜਾਓ, ਤਾਂ ਤੁਹਾਨੂੰ ਜਿਹੜਾ ਹੈਗਾ ਲੋਕ ਪਸੰਦ ਕਰਨਗੇ। ਜੇ ਲੋਕ ਪਸੰਦ ਕਰਨਗੇ ਤਾਂ ਤੁਹਾਡੀ ਉੱਪਰਲੀ ਲੀਡਰਸ਼ਿਪ ਪਸੰਦ ਕਰੇਗੀ। ਲੀਡਰਸ਼ਿਪ ਨੂੰ ਇਹ ਚਿਹਰੇ ਥੋੜੀ ਪਸੰਦ ਨੇ। ਲੀਡਰਸ਼ਿਪ ਨੂੰ ਤਾਂ ਉਹੀ ਲੋਕ ਪਸੰਦ ਆਉਣਗੇ ਜਿਹੜੇ ਲੋਕਾਂ ਦੇ ਵਿੱਚ ਜਾਣਗੇ, ਲੋਕਾਂ ਦਾ ਚਿਹਰਾ ਬਣਨਗੇ ਔਰ ਉਹਨਾਂ ਨੂੰ ਸੀਟਾਂ ਕੱਢ ਕੇ ਦੇਣਗੇ। ਜਿਹੜੇ ਲੀਡਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਸਾਡੀਆਂ ਸੀਟਾਂ ਹਾਰ ਸਕਦੀਆਂ ਨੇ, ਅਸੀਂ ਇੱਥੇ ਜਿਹੜਾ ਹੈਗਾ, ਜੇ ਨਵਜੋਤ ਸਿੰਘ ਸਿੱਧੂ ਵਰਗੇ ਬੰਦਿਆਂ ਨੂੰ ਜਾਂ ਪ੍ਰਗਟ ਸਿੰਘ ਵਰਗੇ ਚੰਗੇ ਬੰਦਿਆਂ ਨੂੰ ਖੁੱਡੇ ਨਾਲ ਲਾ ਕੇ ਇਹਨਾਂ ਨੂੰ ਬਾਹਰ ਕੀਤਾ ਜਾਂਦਾ ਕਾਂਗਰਸ ਤੋਂ, ਤਾਂ ਲਾਜ਼ਮੀ ਤੌਰ ਤੇ ਇਸ ਵੇਲੇ ਵੀ ਔਰ 22 ਦੇ ਵਿੱਚ ਵੀ ਕਾਂਗਰਸ ਦੀ ਜਿਹੜੀ ਪੋਜੀਸ਼ਨ ਹੋਏਗੀ ਬਹੁਤ ਖਸਤਾ ਹੋ ਜਾਏਗੀ। ਸੋ ਇਹ ਗੱਲ ਹਾਈ ਕਮਾਂਡ ਸਮਝ ਰਹੀ ਹੈ। ਇਸ ਕਰਕੇ ਹਾਈ ਕਮਾਂਡ ਨੂੰ ਇਹ ਪਤਾ ਲੱਗ ਚੁੱਕਿਆ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ ਦੀ ਜਿਹੜੀ ਪਾਰੀ ਹੈ ਉਹ ਖਤਮ ਹੋ ਚੁੱਕੀ ਹੈ। ਔਰ ਕੈਪਟਨ ਸਾਹਿਬ ਤਾਂ ਆਪ ਵੀ ਕਹਿ ਚੁੱਕੇ ਨੇ, ਆਪਾਂ ਨੂੰ ਵੀ ਯਾਦ ਹੈ ਕਿ ਉਹਨਾਂ ਨੇ ਕਿਹਾ ਸੀਗਾ ਕਿ ਮੇਰੀ ਲਈ ਲਾਸਟ ਪਾਰੀ ਹੈ, ਇਸ ਤੋਂ ਬਾਅਦ ਮੈਂ ਸੰਨਿਆਸ ਲਵਾਂਗਾ ਸਿਆਸਤ ਤੋਂ। ਔਰ ਇਹਨਾਂ ਨੂੰ, ਮੈਨੂੰ ਇਹ ਲੱਗਦਾ ਹੈ ਕਿ ਉਹ ਆਪਣਾ ਜਿਹੜਾ ਵਾਅਦਾ ਜਿਹੜਾ ਹੈਗਾ, ਘੱਟੋ ਘੱਟ ਇੱਕ ਵਾਅਦਾ ਤਾਂ ਪੂਰਾ ਕਰ ਦੇਣ। ਠੀਕ ਹੈ ਨਾ? ਜੇ ਬਾਕੀ ਵਾਅਦੇ ਆਪਾਂ ਕਹਿੰਦੇ ਕਿ ਉਹ ਭੁੱਲ ਗਏ ਸਾਰੇ ਵਾਅਦੇ, ਇੱਕੋ ਵਾਅਦਾ ਤਾਂ ਘੱਟੋ ਘੱਟ ਉਹਨਾਂ ਨੂੰ ਯਾਦ ਹੋਏਗਾ ਕਿ ਮੈਂ ਇਹ ਵਾਅਦਾ ਲੋਕਾਂ ਦੇ ਨਾਲ ਕੀਤਾ ਸੀਗਾ ਕਿ ਮੈਂ ਅਗਲੇ ਵਾਰੀ ਚੋਣਾਂ ਨਹੀਂ ਲੜਾਂਗਾ। ਸੋ ਇਸ ਕਰਕੇ ਉਹਨਾਂ ਨੂੰ ਮੈਦਾਨ ਚੋਂ ਬਾਹਰ ਆਉਣਾ ਚਾਹੀਦਾ। ਸਭ ਤੋਂ ਪਹਿਲਾਂ ਉਹੀ ਵਾਅਦਾ ਭੁੱਲੇ ਆ ਉਹ ਕੈਪਟਨ ਅਮਰਿੰਦਰ ਸਿੰਘ। ਬਿਲਕੁਲ ਉਹੀ ਵਾਅਦਾ ਉਹ ਭੁੱਲ ਗਏ, ਬਿਲਕੁਲ। ਇਸ ਕਰਕੇ ਉਹਨਾਂ ਨੂੰ ਆਪਣੇ ਵਾਅਦੇ ਯਾਦ ਕਰਨੇ ਚਾਹੀਦੇ ਨੇ ਔਰ ਇਸ ਵਾਅਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਆਪ ਹੀ ਕਹਿ ਦੇਣਾ ਚਾਹੀਦਾ ਹੈ ਹਾਈ ਕਮਾਂਡ ਨੂੰ ਅੱਜ ਜਾ ਕੇ ਕਿ ਭਾਈ ਮੇਰਾ ਜੋ ਮੈਂ ਜਿੰਨਾ ਤੁਹਾਨੂੰ ਦੇਣਾ ਸੀ ਦੇਤਾ। ਇਹਦੇ ਨਾਲ ਕੀ ਹੋਏਗਾ? ਇਹਦੇ ਨਾਲ ਉਹਨਾਂ ਦਾ ਕੱਦ ਵੱਡਾ ਹੋਏਗਾ। ਜੇਕਰ ਉਹ ਆਪਣੇ ਆਪ ਸੱਤਾ ਛੱਡਦੇ ਨੇ ਔਰ 22 ਦੇ ਵਿੱਚ ਆਪਣੇ ਆਪ ਬਾਹਰ ਹੋ ਜਾਂਦੇ ਨੇ ਤਾਂ ਪੰਜਾਬ ਦੇ ਵਿੱਚ, ਲੋਕਾਂ ਦੇ ਵਿੱਚ ਔਰ ਪੂਰੇ ਇੰਡੀਆ ਦੇ ਵਿੱਚ ਔਰ ਖਾਸ ਤੌਰ ਤੇ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਉਹਨਾਂ ਦਾ ਕੱਦ ਜਿਹੜਾ ਹੈਗਾ ਬਹੁਤ ਉੱਚਾ ਹੋਏਗਾ। ਇਸ ਕਰਕੇ ਆਪਣੇ ਆਪ ਹੀ ਕੈਪਟਨ ਸਾਹਿਬ ਨੂੰ ਮੈਦਾਨ ਚੋਂ ਬਾਹਰ ਹੋਣਾ ਚਾਹੀਦਾ ਹੈ। ਸੋ ਦੂਜੇ ਪਾਸੇ ਹੋ ਕੀ ਰਿਹਾ? ਹੋ ਇਹ ਰਿਹਾ ਕਿ ਅਬ ਦਿਲ ਮੰਗੇ ਮੋਰ, ਯਾਨੀ ਕਿ ਉਹ ਹਜੇ ਹੋਰ ਜਿਹੜਾ ਹੈਗਾ ਉਹਨਾਂ ਨੂੰ ਲੱਗਦਾ ਕਿ 22 ਦੇ ਵਿੱਚ ਵੀ ਆਵਾਂਗਾ, ਫਿਰ 24 ਦੇ ਵਿੱਚ ਮੈਂ ਸੈਂਟਰ ਦੀਆਂ ਜਿਹੜੀਆਂ ਨੇ, ਸੈਂਟਰ ਦੀ ਜਦੋਂ ਇਲੈਕਸ਼ਨਾਂ ਹੋਣੀਆਂ ਨੇ ਉਦੋਂ ਵੀ ਮੈਂ ਚੋਣਾਂ ਲੜਾਂਗਾ। ਯਾਨੀ ਕਿ ਆਪਣੇ ਆਪ ਨੂੰ ਉਹ ਚੋਣਾਂ ਦੇ ਲਈ ਤਿਆਰ ਕਰ ਰਹੇ ਨੇ। ਉਹਨਾਂ ਦਾ ਦਿਲ ਨਹੀਂ ਕਰਦਾ ਕੁਰਸੀ ਛੱਡਣ ਨੂੰ। ਸੋ ਇਹੀ ਗੱਲ ਹੁੰਦੀ ਹੈ, ਜਿਹੜਾ ਵਡੱਪਣ ਹੁੰਦਾ ਹੈ। ਜੇ ਆਪਾਂ ਕਹੀਏ ਕਿ ਜੇ ਆਪਾਂ ਦੋਨਾਂ ਦਾ ਮੁਕਾਬਲਾ ਕਰਦੇ ਆ, ਕੈਪਟਨ ਸਾਹਿਬ ਔਰ ਨਵਜੋਤ ਸਿੰਘ ਸਿੱਧੂ ਦੇ ਵਿੱਚ ਕੀ ਫਰਕ ਹੈ? ਇਹੀ ਫਰਕ ਹੈ। ਨਵਜੋਤ ਸਿੰਘ ਸਿੱਧੂ ਨੇ ਜਦੋਂ ਉਹ ਬੀਜੇਪੀ ਵਿੱਚ ਵੀ, ਸਾਰਿਆਂ ਨੂੰ ਦਰਸ਼ਕਾਂ ਨੂੰ ਯਾਦ ਹੋਏਗਾ, ਬਹੁਤ ਵੱਡਾ ਅਹੁਦਾ ਹੁੰਦਾ ਹੈ ਜਦੋਂ ਤੁਸੀਂ ਇੱਕ ਰਾਜ ਸਭਾ ਦੇ ਮੈਂਬਰ ਹੁੰਦੇ ਹੋ, ਤਾਂ ਇੱਕਦਮ ਮਿੰਟ ਲਾਇਆ ਉਹਨਾਂ ਨੇ। ਫਿਰ ਆਏ ਪੰਜਾਬ ਦੀ ਕੈਬਨਿਟ ਦੇ ਵਿੱਚ, ਵੱਡਾ ਅਹੁਦਾ ਉਹਨਾਂ ਨੂੰ ਦਿੱਤਾ ਗਿਆ ਔਰ ਮੰਤਰੀ ਤੱਕ ਬਣਾਇਆ ਗਿਆ। ਉਹਨਾਂ ਨੇ ਇੱਕ ਸਕਿੰਟ ਲਾਇਆ ਕਿ ਮੈਂ ਨਹੀਂ, ਆਹ ਚੱਕੋ ਜਿਹੜਾ ਹੈਗਾ, ਮੇਰੇ ਲਈ ਅਹੁਦਾ ਕੋਈ ਮੈਨੇ ਨਹੀਂ ਰੱਖਦਾ, ਮੇਰੇ ਲਈ ਮੁੱਦੇ ਮੈਨੇ ਰੱਖਦੇ ਨੇ। ਸੋ ਏਦਾਂ ਦਾ ਦਿਲ ਦਿਖਾਉਣਾ ਚਾਹੀਦਾ, ਜਿਵੇਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਪੋਲੀਟੀਕਲ ਕੈਰੀਅਰ ਦੇ ਵਿੱਚ ਜੋ ਵੱਡੇ ਦਿਲ ਦਿਖਾਇਆ। ਔਰ ਲੋਕ ਇਸ ਲਈ ਅੱਜ ਆਪਾਂ ਕਹਿੰਦੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਉਂ ਪਸੰਦ ਕਰਦੇ ਆ ਲੋਕ ਪੰਜਾਬ ਦੇ? ਉਹ ਇਸ ਲਈ ਕਰਦੇ ਆ ਕਿਉਂਕਿ ਉਹਨਾਂ ਨੇ ਕਿਸੇ ਵੀ ਵੇਲੇ, ਕਿਸੇ ਵੀ ਸਮੇਂ ਵੱਡੀਆਂ ਕੁਰਬਾਨੀਆਂ ਕਰਨ ਤੋਂ ਪਿੱਛੇ ਨਹੀਂ ਹਟੇ। ਉਹ ਚਾਹੇ ਉਹਨਾਂ ਨੂੰ ਕਿੱਡੀ ਤੋਂ ਵੱਡੀ ਕੁਰਬਾਨੀ ਔਰ ਰਾਜ ਸਭਾ ਦੀ ਸੀਟ ਹੋਵੇ, ਚਾਹੇ ਕੈਬਨਿਟ ਮੰਤਰੀ ਦੀ ਸੀਟ ਹੋਵੇ, ਉਹਨਾਂ ਨੇ ਕਿਹਾ। ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਨਾ ਮੈਨੂੰ ਪ੍ਰਧਾਨਗੀ ਵੀ ਨਹੀਂ ਚਾਹੀਦੀ। ਉਹਨਾਂ ਨੂੰ ਜਿਹੜਾ ਕਹਿ ਰਹੇ ਨੇ ਕਿ ਕੈਪਟਨ ਸਾਹਿਬ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਦਾ ਕੁਰਸੀ ਦਾ ਭੁੱਖ ਹੈ, ਸ਼ਾਇਦ ਕੁਰਸੀ ਦੇ ਪਿੱਛੇ ਲੱਗ ਕੇ ਇਹ ਕੰਮ ਕਰ ਰਿਹਾ। ਉਹਨਾਂ ਨੂੰ ਇਹ ਵੀ ਭੁਲੇਖਾ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਕੁਰਸੀ ਲਈ ਨਹੀਂ ਲੜ ਰਿਹਾ। ਨਵਜੋਤ ਸਿੰਘ ਸਿੱਧੂ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ
ਮੇਰੇ ਤਾਂ ਮੁੱਦੇ ਇੰਪੋਰਟੈਂਟ ਨੇ, ਮੇਰੇ ਲਈ ਜੋ ਕੋਈ ਗੱਲਾਂ ਮੁੱਦੇ ਕਹਿ ਕੇ ਹੋਣਗੇ। ਹਟਿਆ ਕਿ ਮੈਨੂੰ ਉਹਦਾ ਦੇਣਾ ਕੋਈ ਨਹੀਂ ਦਿਓ, ਪਰ 18 ਤੇ ਬਿਲਕੁਲ ਤੁਸੀਂ ਕਿਹਾ ਉਹ ਬਿਲकुल। ਜ਼ਰੂਰ ਨਿਬੇੜ ਦਿਓ। ਸੋ ਔਰ ਕੈਪਟਨ ਦੂਜੇ ਸਾਹਿਬ, ਪਾਸੇ ਮੇਰਾ ਕਹਿਣ ਦਾ ਮਤਲਬ ਹੈ ਕੈਪਟਨ ਸਾਹਿਬ ਨੂੰ ਨਵਜੋਤ ਸਿੰਘ ਸਿੱਧੂ ਤੋਂ ਸਿੱਖਣਾ ਚਾਹੀਦਾ। ਅੱਜ ਲੋੜ ਆ ਕੈਪਟਨ ਸਾਹਿਬ ਨੂੰ ਕਿ ਉਹ ਨਵਜੋਤ ਸਿੰਘ ਸਿੱਧੂ ਤੋਂ ਸਿੱਖ ਕੇ ਪੰਜਾਬ ਦੇ ਭਲੇ ਦੇ ਲਈ, ਇੱਥੋਂ ਤੱਕ ਕਿ ਕਾਂਗਰਸ ਨੂੰ ਜੇ ਪੰਜਾਬ ਦੇ ਵਿੱਚ ਬਚਾਉਣਾ ਚਾਹੁੰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਤੋਂ ਉਹਨਾਂ ਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਹੈ। ਜੀ ਸੁਖਵਿੰਦਰ ਜੀ, ਹੁਣ ਇਹ ਵੀ ਗੱਲ ਆਈ ਹੈ ਕਿ ਦੋ ਮੰਤਰੀ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਖਾਸਮ ਖਾਸ ਰਹੇ ਸੀ, ਤੇ ਸੁਖਵਿੰਦਰ ਸਿੰਘ ਸਰਕਾਰੀਆ ਨੂੰ ਵੀ ਕਹਿੰਦੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਈ ਤੁਸੀਂ ਚਲੋ ਸਾਡੇ ਨਾਲ, ਸਾਡੀ ਮਦਦ ਕਰੋ, ਤਾਂ ਕਹਿੰਦੇ ਕਿ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਜਵਾਬ ਦੇ ਦਿੱਤਾ ਗਿਆ। ਕੀ ਕਾਰਨ ਹੈ? ਕੀ ਕੁਝ ਆਫਰ ਕੀਤੇ ਗਏ? ਕਿਸ ਤਰੀਕੇ ਨਾਲ ਗੱਲਬਾਤ ਕੀਤੀ ਗਈ ਨਾਲ ਜਾਣ ਲਈ, ਤੇ ਆਖਰ ਉਹ ਗਏ ਕਿਉਂ ਨਹੀਂ ਨਾਲ? ਸੁਖਵਿੰਦਰ ਜੀ, ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਨੇ ਜਾਂ ਸੁਖ ਸਰਕਾਰੀਆ ਨੇ ਜਾਂ ਇੱਥੋਂ ਤੱਕ ਕਿ ਸੁਖੀ ਰੰਧਾਵਾ ਨੇ ਜਾਂ ਹੋਰ ਜਿਹੜੇ ਵੱਡੇ ਲੀਡਰ ਨੇ ਕਾਂਗਰਸ ਦੇ ਇਸ ਵੇਲੇ, ਜਾਂ ਪ੍ਰਤਾਪ ਸਿੰਘ ਬਾਜਵਾ ਵੀ ਆਪਾਂ ਚਲੋ ਇਹਨਾਂ 'ਚ ਸ਼ਾਮਿਲ ਕਰ ਲਓ, ਇਹ ਬੰਦੇ ਸੱਚੀ ਮੁੱਚੀ ਪੰਜਾਬ ਦੇ ਲੋਕਾਂ ਦੇ ਨਾਲ, ਪੰਜਾਬ ਦੇ ਮੁੱਦਿਆਂ ਨਾਲ ਜੁੜੇ ਹੋਏ ਨੇ। ਇਹਨਾਂ ਨੂੰ ਪੰਜਾਬ ਦੀ ਹਕੀਕਤ ਦਾ ਪਤਾ ਹੈ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ, ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਹਵਾ ਚੱਲ ਰਹੀ ਹੈ, ਇਹ ਸਮਝ ਰਹੇ ਨੇ। ਔਰ ਤ੍ਰਿਪਤ ਰਜਿੰਦਰ ਬਾਜਵਾ, ਜਿਹੜੇ ਕਿ ਕਿਸੇ ਵੇਲੇ ਬਿਲਕੁਲ ਖਾਸਮ ਖਾਸ ਨੰਬਰ 2 ਦੇ ਉੱਤੇ ਮੰਨਿਆ ਜਾਂਦਾ ਸੀਗਾ ਕਿ ਕੈਪਟਨ ਸਾਹਿਬ ਤੋਂ ਬਾਅਦ ਜੇ ਕੋਈ ਵੱਡਾ ਲੀਡਰ ਪੰਜਾਬ ਦੀ ਕਾਂਗਰਸ ਦੇ ਵਿੱਚ ਹੈ ਤਾਂ ਤ੍ਰਿਪਤ ਰਜਿੰਦਰ ਬਾਜਵਾ ਨੇ। ਅੱਜ ਉਹ ਉਹਨਾਂ ਦਾ ਸਾਥ ਨਹੀਂ ਦੇ ਰਿਹਾ। ਆਪਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਵੀ ਪਤਾ ਹੈ ਕਿ ਉਹਨਾਂ ਦੇ ਜਿਸ ਕਿਸਮ ਦੇ ਬਿਆਨ ਆਉਂਦੇ ਰਹੇ ਨੇ, ਉੱਥੋਂ ਹੀ ਲੱਗਦਾ ਸੀਗਾ ਕਿ ਅੰਦਰੋਂ ਉਹ ਨਾਰਾਜ਼ ਚੱਲ ਰਹੇ ਨੇ। ਕਿਉਂ ਨਾਰਾਜ਼ ਚੱਲ ਰਹੇ ਨੇ? ਕਿਉਂਕਿ ਉਹਨਾਂ ਨੂੰ ਵੀ ਕੈਪਟਨ ਸਾਹਿਬ ਦੀ ਜਿਹੜੀ ਕਾਰਜਸ਼ੈਲੀ ਰਹੀ ਹੈ 4.5 ਸਾਲ ਦੀ, ਉਹਦੇ ਉੱਤੇ ਉਹਨਾਂ ਨੇ ਉਂਗਲਾਂ ਉਠਾਈਆਂ ਨੇ। ਸੋ ਜੇ ਤੁਸੀਂ ਇਸ ਤਰ੍ਹਾਂ ਦੀ, ਇਸ ਕਿਸਮ ਦੀ ਕਾਰਜਸ਼ੈਲੀ ਰੱਖੋਗੇ, ਰਜਵਾੜਾ ਸ਼ਾਹੀ ਵਾਲੀ ਤੁਸੀਂ ਆਪਣੀ ਜੀਵਨ ਚਰਿਆ ਕਰੋਗੇ, ਤਾਂ ਇਸ ਕਿਸਮ ਦੀ ਰਜਵਾੜਾ ਸ਼ਾਹੀ ਨੂੰ, ਇਸ ਕਿਸਮ ਦੀ ਕਾਰਜਸ਼ੈਲੀ ਨੂੰ ਕੌਣ ਪਸੰਦ ਕਰੇਗਾ? ਇਹਨਾਂ ਦੇ ਆਪਣੇ ਬੰਦੇ, ਇਹਨਾਂ ਦੇ ਆਪਣੇ ਖਾਸਮ ਖਾਸ ਪਸੰਦ ਨਹੀਂ ਕਰਦੇ, ਨਹੀਂ ਕਰਨਗੇ। ਸੋ ਇਸ ਕਰਕੇ ਕੈਪਟਨ ਸਾਹਿਬ ਨੂੰ ਜਾਂ ਤਾਂ ਕਾਰਜਸ਼ੈਲੀ ਬਦਲਣੀ ਪਏਗੀ, ਜਿਹੜੇ ਕਿ ਉਹ ਮੈਨੂੰ ਨਹੀਂ ਲੱਗਦਾ ਕਿ ਉਹ ਕਾਰਜਸ਼ੈਲੀ ਆਪਣੀ ਬਦਲਣਗੇ, ਕਿਉਂਕਿ ਵਾਰਿਸ ਸ਼ਾਹ ਵੀ ਕਹਿੰਦਾ ਕਿ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਸੋ ਇਸ ਕਰਕੇ ਕੈਪਟਨ ਸਾਹਿਬ ਦੀਆਂ ਆਦਤਾਂ ਨਹੀਂ ਜਾ ਸਕਦੀਆਂ, ਉਹ ਆਦਤਾਂ ਤੋਂ ਮਜਬੂਰ ਨੇ। ਜਵਾਬ ਇਸ ਲਈ ਦਿੱਤਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹਾਈ ਕਮਾਂਡ ਹੈ ਉਹ ਕੈਪਟਨ ਸਾਹਿਬ ਦੀ ਕਾਰਜਸ਼ੈਲੀ ਨੂੰ ਨਹੀਂ ਪਸੰਦ ਕਰਦੀ, ਨਾ ਲੋਕ ਪਸੰਦ ਕਰਦੇ ਆ। ਇਹਨਾਂ ਨਾਲ ਜਦੋਂ ਤੁਸੀਂ ਜਾਣਦੇ ਹੋ, ਜਦੋਂ ਤੁਸੀਂ ਇਹਨਾਂ ਦਾ ਠੱਪਾ ਲੱਗਦਾ ਕੈਪਟਨ ਸਾਹਿਬ ਦਾ, ਇਹਦਾ ਮਤਲਬ ਹੈ ਕਿ ਤੁਸੀਂ ਉਸ ਧੜੇ ਦੇ ਨਾਲ ਹੋ। ਸੋ ਇਸ ਕਰਕੇ ਉਹ ਇਸ ਧੜੇ ਤੋਂ ਖਹਿੜਾ ਛਡਾਉਣਾ ਚਾਹੁੰਦੇ ਨੇ ਕਿ ਜਿਹੜਾ ਧੜਾ ਪਿਛਲੇ 4.5 ਸਾਲਾਂ ਦੇ ਵਿੱਚ ਜਿਹੜੀ ਕੈਪਟਨ ਸਾਹਿਬ ਦੀ ਕਾਰਜਸ਼ੈਲੀ ਕਰਕੇ ਖਿਲਾਫ ਹੋ ਚੁੱਕਿਆ। ਸਾਹਮਣੇ ਆ ਰਹੀ ਹੈ, ਇਹ ਵੀ ਸਾਹਮਣੇ ਆ ਰਹੀ ਹੈ ਕਿ ਤ੍ਰਿਪਤ ਰਜਿੰਦਰ ਬਾਜਵਾ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਸੁਖਵਿੰਦਰ ਸੁਖ ਸਰਕਾਰੀਆ ਨਹੀਂ ਜਾਣਗੇ ਤਾਂ ਮੈਂ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਜਾਵਾਂ। ਬਿਲਕੁਲ, ਇਹ ਦੋਨੋਂ ਦੇਖੋ, ਦੋਨੋਂ ਬੰਦੇ ਕਿਸੇ ਵੇਲੇ ਕੈਪਟਨ ਸਾਹਿਬ ਦੇ ਬਹੁਤ ਨੇੜਲੇ ਬੰਦੇ ਸੀਗੇ ਔਰ ਦੋਨਾਂ ਨੂੰ ਇਹ ਹਕੀਕਤ ਦਾ ਪਤਾ ਲੱਗ ਚੁੱਕਿਆ। ਜਦੋਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਵਿਧਾਇਕਾਂ ਦੀਆਂ, ਰਾਹੁਲ ਜੀ ਨਾਲ ਜਾਂ ਪ੍ਰਿੰਕਾ ਜੀ ਨਾਲ ਜਾਂ ਖੜਗੇ ਕਮੇਟੀ ਦੇ ਨਾਲ, ਉੱਥੋਂ ਵੀ ਜਿਹੜੇ ਜਿਸ ਕਿਸਮ ਦੀ ਰਿਪੋਰਟ ਆਈ ਸੀਗੀ ਔਰ ਉਹਦੇ ਵਿੱਚ ਬਹੁਤੇ ਵਿਧਾਇਕਾਂ ਨੇ, ਬਹੁਤੇ ਮਿਨਿਸਟਰਾਂ ਨੇ ਜਾਂ ਬਹੁਤੇ ਜਿਹੜੇ ਵੱਖ-ਵੱਖ ਨੇਤਾਵਾਂ ਨੇ ਇਹੀ ਗੱਲ ਕਹੀ ਸੀ ਜੋ ਆਪਾਂ ਅੱਜ ਕਹਿ ਰਹੇ ਹਾਂ ਕਿ ਭਾਈ ਇਹਨਾਂ ਦੀ ਕਾਰਜਸ਼ੈਲੀ ਵਧੀਆ ਨਹੀਂ ਰਹੀ, ਇਹਨਾਂ ਦੀ ਕਾਰਜਸ਼ੈਲੀ ਠੀਕ ਨਹੀਂ ਰਹੀ। ਸਾਰਾ ਕੰਮ ਤਾਂ ਅਫਸਰਸ਼ਾਹੀ ਦੇ ਉੱਤੇ ਛੱਡਿਆ ਹੋਇਆ, ਸਾਰਾ ਕੰਮ ਤਾਂ ਸਾਰਾ ਜਿਹੜਾ ਹੈਗਾ ਵਿਧਾਇਕਾਂ ਨੂੰ ਖੁੱਡੇ ਨਾਲ ਲਾ ਕੇ, ਜਿਹੜੇ ਨੇਤਾਵਾਂ ਨੂੰ ਖੁੱਡੇ ਨਾਲ ਲਾ ਰੱਖਿਆ ਪੰਜਾਬ ਦੇ ਵਿੱਚ, ਔਰ ਸਾਰਾ ਕੰਮ ਜਿਹੜਾ ਵੀ ਜਿਸ ਕਿਸਮ ਦਾ ਕੰਮ ਹੋ ਰਿਹਾ ਉਹ ਅਫਸਰਸ਼ਾਹੀ ਕਰ ਰਹੀ ਹੈ। ਸੋ ਇਸ ਕਰਕੇ ਇਸ ਦੇ ਉੱਤੇ ਬਹੁਤ ਵੱਡੇ ਸਵਾਲ ਚੁੱਕੇ ਗਏ ਸੀ ਪਿਛਲੇ ਦਿਨਾਂ ਦੇ ਵਿੱਚ। ਉਹੀ ਸਵਾਲ ਇਹ ਸਮਝਦੇ ਨੇ ਕਿ ਜੇ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਹੈ ਕੈਪਟਨ ਸਾਹਿਬ ਦੀ ਕਾਰਜਸ਼ੈਲੀ ਦੇ ਉੱਤੇ, ਸਵਾਲ ਉਠਾਏ ਜਾ ਰਹੇ ਨੇ, ਤਾਂ ਇਹ ਜਿਹੜੇ ਚੰਗੇ ਜਿਹੜੇ ਲੀਡਰ ਨੇ ਇਹ ਕਿਉਂ ਕੈਪਟਨ ਸਾਹਿਬ ਦੇ ਨਾਲ ਜਾਣਗੇ? ਕਿਉਂਕਿ ਇਹਨਾਂ ਨੂੰ ਵੀ ਪਤਾ ਹੈ ਕਿ ਕੈਪਟਨ ਸਾਹਿਬ ਦਾ ਹੁਣ ਜਿਹੜਾ ਦੌਰ ਸੀਗਾ ਉਹ ਖਤਮ ਹੋ ਚੁੱਕਿਆ। ਉਹ 19 ਤੱਕ ਕੈਪਟਨ ਸਾਹਿਬ ਦਾ ਦੌਰ ਰਿਹਾ, 17 ਤੋਂ ਲੈ ਕੇ 19 ਤੱਕ ਆਪਾਂ ਕਹਿ ਸਕਦੇ ਹਾਂ ਕਿ 19 ਤੱਕ ਬਹੁਤ ਵਧੀਆ ਉਹਨਾਂ ਨੇ, ਲੋਕਾਂ ਦੇ ਵਿੱਚ ਸੰਭਾਵਨਾਵਾਂ ਸੀਗੀਆਂ, ਲੋਕਾਂ ਨੂੰ ਲੱਗਦਾ ਸੀਗਾ ਕਿ ਕੈਪਟਨ ਸਾਹਿਬ ਦੇ ਵਿੱਚ ਸੰਭਾਵਨਾਵਾਂ ਨੇ ਔਰ ਇਹ ਪੰਜਾਬ ਦਾ ਭਲਾ ਕਰਨਗੇ, ਪੰਜਾਬ ਦੇ ਲਈ ਏਡੇ ਜਿਹੜੇ ਵਾਅਦੇ ਕੀਤੇ ਨੇ ਉਹ ਪੂਰੇ ਕਰਕੇ ਜਾਣਗੇ 5 ਸਾਲਾਂ ਦੇ ਵਿੱਚ। ਪਰ ਹੋਇਆ ਬਿਲਕੁਲ ਉਲਟ। ਸੋ ਇਸ ਕਰਕੇ ਇਹ ਵੀ ਉਲਟ ਹੋ ਗਏ, ਹੌਲੀ ਹੌਲੀ ਪੰਜਾਬ ਉਲਟ ਹੋ ਗਿਆ ਕਾਂਗਰਸ ਦੇ, ਹੌਲੀ ਹੌਲੀ ਮੰਤਰੀ ਜਿਹੜੇ ਨੇ ਉਹ ਵੀ ਉਲਟ ਹੁੰਦੇ ਨਜ਼ਰ ਆ ਰਹੇ ਨੇ। ਸੋ ਤੁਸੀਂ ਇਹਦਾ ਨਤੀਜਾ ਦੇਖੋਗੇ। ਕੀ ਲੱਗਦਾ ਕਿ ਆਉਣ ਵਾਲੇ ਅੱਜ ਦੀ ਮੀਟਿੰਗ ਤੋਂ ਬਾਅਦ ਡਾਕਟਰ ਸਾਹਿਬ ਕੀ ਲੱਗਦਾ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਹੋ ਸਕਦਾ ਕਿ ਥੋੜੇ ਦਿਨਾਂ ਦੇ ਵਿੱਚ ਇਹ ਫੈਸਲਾ ਹੋ ਜਾਵੇ ਜਾਂ ਅੱਜ ਦੀ ਮੀਟਿੰਗ ਤੋਂ ਬਾਅਦ ਹੀ ਪੰਜਾਬ ਕਾਂਗਰਸ ਦੇ ਨਾਲ ਸੰਬੰਧਿਤ ਜਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਸੰਬੰਧਿਤ ਫੈਸਲਾ ਹੋ ਜਾਵੇਗਾ? ਤੇ ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਖਾਲੀ ਆਉਣਗੇ ਜਾਂ ਫਿਰ ਝੋਲੀ ਭਰ ਕੇ ਆਉਣਗੇ?
ਦੇਖੋ ਦੋਨਾਂ ਲੀਡਰਾਂ ਨੂੰ ਬਿਠਾ ਕੇ ਜੇ ਫੈਸਲਾ ਕਰਦੀ ਹੈ ਹਾਈ ਕਮਾਂਡ, ਤਾਂ ਉਹਦੇ ਵਿੱਚ ਕੋਈ ਸਾਂਝਾ ਕਾਮਨ ਮਿਨੀਮਮ ਪ੍ਰੋਗਰਾਮ ਹੋ ਸਕਦਾ ਹੈ ਕਿ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਪਰ ਜੇਕਰ ਕਾਮਨ ਮਿਨੀਮਮ ਪ੍ਰੋਗਰਾਮ ਕੱਢਣ ਦੇ ਬਾਵਜੂਦ ਵੀ ਕੈਪਟਨ ਸਾਹਿਬ ਨਹੀਂ ਮੰਨਦੇ, ਕੈਪਟਨ ਸਾਹਿਬ ਅੰਦਰ ਉਹਨਾਂ ਦੇ ਜਿਹੜਾ ਹੈਗਾ ਉਹ ਗੁੱਸਾ ਹੋਰ ਵਧਣਾ ਸ਼ੁਰੂ ਹੋ ਜਾਏਗਾ, ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹਦੇ ਨਾਲ ਕੈਪਟਨ ਸਾਹਿਬ ਦਾ ਜ਼ਿਆਦਾ ਨੁਕਸਾਨ ਹੋਏਗਾ। ਸੋ ਇਹ ਚੰਗੀ ਗੱਲ ਇਹੀ ਹੋਏਗੀ ਕਿ ਜੋ ਹਾਈ ਕਮਾਂਡ ਫੈਸਲਾ ਦੇਗੀ ਉਹਨੂੰ ਕੈਪਟਨ ਸਾਹਿਬ ਨੂੰ ਮੰਨਣਾ ਚਾਹੀਦਾ ਹੈ। ਔਰ ਜੇਕਰ ਕੈਪਟਨ ਸਾਹਿਬ ਉਹ ਮੰਨਦੇ ਨੇ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਦੀ ਜਿਹੜੀ ਥੋੜੀ ਬਹੁਤ ਜਿਹੜੀ ਕਾਰਗੁਜ਼ਾਰੀ ਹੋਏਗੀ ਉਹ ਚੰਗੀ ਹੋ ਸਕਦੀ ਹੈ। ਨਹੀਂ ਤਾਂ ਕੀ ਹੋਏਗਾ ਕਿ ਜੇ ਦੋਨੋਂ ਧਿਰਾਂ ਭਿੜ ਗਈਆਂ, ਦੋਨੋਂ ਧਿਰਾਂ ਨੇ ਇਹ ਹੈਗਾ ਕੈਪਟਨ, ਮੈਂ ਨਵਜੋਤ ਸਿੰਘ ਸਿੱਧੂ ਬਾਰੇ ਨਹੀਂ ਕਹਿ ਰਿਹਾ ਕਿ ਉਹ ਅੜਨਗੇ, ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਸਾਹਿਬ ਦੀਆਂ ਸੰਭਾਵਨਾਵਾਂ ਜ਼ਿਆਦਾ ਨੇ ਕਿ ਜਿਹੜਾ ਪ੍ਰੋਗਰਾਮ ਉਹਨਾਂ ਨੂੰ ਦਿੱਤਾ ਜਾਏਗਾ ਉਹਦੇ ਵਿੱਚ ਅੜਨ ਦੀਆਂ ਸੰਭਾਵਨਾਵਾਂ ਨੇ। ਜੇ ਕੈਪਟਨ ਸਾਹਿਬ ਅੜਦੇ ਨੇ, ਜੇ ਕੈਪਟਨ ਸਾਹਿਬ ਆਪਣੀ ਮੰਗ ਦੇ ਉੱਤੇ ਅੜੇ ਰਹਿੰਦੇ ਨੇ ਕਿ ਮੈਂ ਇਹਨਾਂ ਨੂੰ ਨੇੜੇ ਲਾ ਕੇ ਰਾਜ਼ੀ ਨਹੀਂ ਹਾਂ, ਮੈਂ ਇਹਨਾਂ ਨੂੰ ਪ੍ਰਧਾਨਗੀ ਦੇ ਕੇ ਰਾਜ਼ੀ ਨਹੀਂ ਹਾਂ, ਜਾਂ ਜੋ ਵੀ ਫਾਰਮੂਲਾ ਉਹਨਾਂ ਨੇ ਅਪਣਾਇਆ ਕਿ ਮੈਂ ਉਹਨਾਂ ਨੂੰ ਮੰਨਣ ਲਈ ਤਿਆਰ ਨਹੀਂ ਹਾਂ, ਤਾਂ ਇਹਦੇ ਨਾਲ ਕੈਪਟਨ ਸਾਹਿਬ ਦਾ ਹੀ ਨੁਕਸਾਨ ਹੋਏਗਾ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਉਹ ਜ਼ਿਆਦਾ ਨੁਕਸਾਨ ਕਰਾ ਰਹੇ ਨੇ ਆਪਣਾ, ਔਰ ਉਹਨਾਂ ਦੀ ਹੌਲੀ ਜਿਹੜਾ ਹੈਗਾ ਗ੍ਰਾਫ ਨੀਚੇ ਆ ਰਿਹਾ ਹੈ, ਇਸੇ ਤਰ੍ਹਾਂ ਹੋਰ ਵੀ ਗ੍ਰਾਫ ਨੀਚੇ ਜਾਏਗਾ। ਫਿਰ ਤਾਂ ਉਹ ਪਹਿਲਾਂ ਹੁਣ ਉਹ ਲੋਕਾਂ ਦੀਆਂ ਨਜ਼ਰਾਂ ਚੋਂ ਗਿਰੇ ਨੇ, ਫਿਰ ਉਹ ਵਿਧਾਇਕਾਂ ਦੀਆਂ ਨਜ਼ਰਾਂ ਚੋਂ ਗਿਰ ਗਏ, ਹੌਲੀ ਹੁਣ ਉਹ ਹਾਈ ਕਮਾਂਡ ਦੀਆਂ ਨਜ਼ਰਾਂ ਚੋਂ ਗਿਰਨਗੇ, ਔਰ ਹੌਲੀ ਤਾਂ ਮੈਂ ਇਹ ਵੀ ਕਹਾਂਗਾ ਕਿ ਸੋਨੀਆ ਦੀ ਨਜ਼ਰਾਂ ਚੋਂ ਵੀ ਗਿਰ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਜੇਕਰ ਉਹ ਇਹ ਫਾਰਮੂਲਾ ਨਹੀਂ ਮੰਨਣਗੇ। ਸੋ ਉਹਨਾਂ ਨੂੰ ਫਾਰਮੂਲਾ ਮੰਨਣਾ ਪਏਗਾ, ਉਹਨਾਂ ਨੂੰ ਆਪਣੀ ਈਗੋ ਜਿਹੜੀ ਹੈਗੀ ਹੈ, ਆਪਣੀ ਰਜਵਾੜਾ ਸ਼ਾਹੀ ਹੈਂਕੜ ਜਿਹੜੀ ਹੈਗੀ ਹੈ, ਉਹ ਉਹਨਾਂ ਨੂੰ ਛੱਡਣੀ ਪਏਗੀ। ਇਹ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਔਰ ਲੋਕਤੰਤਰ ਦੇ ਵਿੱਚ ਜਿਹੜਾ ਹੈਗਾ ਸਭ ਦਾ ਜਿਹੜਾ ਸਾਂਝਾ ਫੈਸਲਾ ਹੁੰਦਾ ਹੈ ਉਹ ਤੁਹਾਨੂੰ ਮੰਨਣਾ ਪੈਂਦਾ ਹੈ। ਇਸ ਕਰਕੇ ਕੈਪਟਨ ਸਾਹਿਬ ਨੂੰ ਜਿਹੜਾ ਉਹ ਹੰਕਾਰ ਉਹਨਾਂ ਦਾ ਝਲਕਦਾ ਹੈ ਪਿਛਲੇ ਦਿਨਾਂ ਦੇ ਵਿੱਚ, ਉਹ ਛੱਡ ਕੇ ਜਿਹੜਾ ਹੈਗਾ ਜ਼ਮੀਨ ਤੇ ਆਉਣਾ ਚਾਹੀਦਾ ਹੈ ਔਰ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ। ਸੁਖਵਿੰਦਰ ਜੀ ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਤੇ ਜੁੜੇ, ਇਸ ਅਹਿਮ ਮੁੱਦੇ ਤੇ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਾਜਸਥਾਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਤਮਾਮ ਖਬਰਾਂ ਤੇ ਗੱਲਬਾਤ ਕੀਤੀ ਗਈ ਤੇ ਕੁਝ ਅੰਦਰਲੀਆਂ ਖਬਰਾਂ ਜਿਹੜੀਆਂ ਸੀਗੀਆਂ, ਅੰਦਰੂਨੀ ਖਬਰਾਂ, ਉਹ ਵੀ ਕੈਪਟਨ ਦੀ ਮੀਟਿੰਗ ਤੋਂ ਪਹਿਲਾਂ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਜਿਵੇਂ ਕੇਸੀ ਵੇਣੂਗੋਪਾਲ ਹੋਣਾ ਦੇ ਨਾਲ ਗੱਲਬਾਤ ਹੋਵੇਗੀ, ਜਾਂ ਫਿਰ ਕਿੰਨੇ ਉਹਨਾਂ ਦੇ ਨਾਲ ਮੰਤਰੀ, ਵਿਧਾਇਕ ਤੇ ਕੁਝ MP ਜਾਂ ਕੁਝ ਹੋਰ ਲੀਡਰ ਜਾ ਸਕਦੇ ਦਿੱਲੀ, ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਵੱਲੋਂ ਦੱਸੀਆਂ ਗਈਆਂ ਕਿ ਕਿਸ ਤਰੀਕੇ ਦੇ ਨਾਲ ਦੋ ਵੱਡੇ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦਿੱਲੀ ਜਾਣ ਤੋਂ ਇਨਕਾਰ ਕੀਤਾ। ਇਹਨਾਂ ਤਮਾਮ ਖਬਰਾਂ ਤੇ ਗੱਲਬਾਤ ਕੀਤੀ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।